ਬਸੰਤ ਰਾਗ ਦੇ ਵਿੱਚ ਬਸੰਤ ਬਾਣੀ ਰਵਿਦਾਸ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਗਤ ਰਵਿਦਾਸ ਜੀ ਇਸ ਸ਼ਬਦ ਵਿੱਚ ਸਰੀਰ ਦੀ ਗੱਲ ਕਰਦੇ ਆ, ਕਾਇਆ ਦੀ ਗੱਲ ਕਰਦੇ ਆ। ਕਾਇਆ ਭਾਵ ਆਪਣਾ ਸਰੀਰ। ਰਾਗ ਬਸੰਤ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇੱਕ ਹੈ ਅਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ। ਤੁਝੇ ਸਜੰਤਾ ਕਛੂ ਨਾਹੇ, ਐ ਕਾਇਆ ਇਹ ਸਰੀਰ, ਤੈਨੂੰ ਕੋਈ ਵੀ ਸੁਰਤ ਨਾ ਰਹੀ। ਤੁਝੇ ਸਜੰਤਾ ਕਛੂ ਨਾਹੇ, ਪਹਿਰਾਵਾ ਦੇਖੇ ਊਬ ਜਾਹੇ। ਕਿ ਤੂੰ ਆਪਣੀ ਠਾਠ ਵਾਠ ਵੇਖ ਕੇ, ਆਪਣਾ ਹੀ ਪਹਿਰਾਵਾ ਵੇਖ ਕੇ, ਆਪਣੀ ਹੀ ਪੋਸ਼ਾਕ ਵੇਖ ਕੇ ਤੂੰ ਬੜੀ ਆਕੜ ਕਰ ਰਹੀ ਹੈ। ਆਪਣੇ ਸਰੀਰ ਨਾਲ ਗੱਲ ਕਰਨੀ ਕਿ ਐ ਮੇਰੇ ਸਰੀਰ ਕਾਇਆ, ਤੂੰ ਆਪਣਾ ਹੀ ਠਾਠ ਵਾਠ ਵੇਖ ਕੇ, ਆਪਣਾ ਹੀ ਪਹਿਰਾਵਾ ਵੇਖ ਕੇ ਤੂੰ ਹੰਕਾਰ ਕਰ ਰਹੀ ਹੈ, ਆਕੜ ਰਹੀ ਹੈ। ਗਰਭਵਤੀ ਕਾ ਨਾਹੀ ਠਾਓ। ਅੱਗੇ ਭਗਤ ਰਵਿਦਾਸ ਜੀ ਫਰਮਾਨ ਕਰਦੇ ਆ ਕਿ ਹੰਕਾਰ ਕਰਨ ਵਾਲੇ ਦਾ, ਹੰਕਾਰਨ ਦਾ ਕੋਈ ਵੀ ਥਾਂ ਨਹੀਂ ਹੁੰਦਾ। ਤੇਰੀ ਗਰਦਨ ਉੱਪਰ ਲਵੈ ਕਾਓ। ਤੇਰੇ ਮੰਦੇ ਦਿਨ ਭਾਵ ਕਿ ਤੂੰ ਹੰਕਾਰ ਕਰ ਰਿਹਾ ਹੈ ਤਾਂ ਇਹ ਸਮਝ ਲੈ ਵੀ ਤੇਰੇ ਮੰਦੇ ਦਿਨ ਆਏ ਹੋਏ ਹਨ। ਜਦੋਂ ਸਾਨੂੰ ਹੰਕਾਰ ਚੜ੍ਹਦਾ ਹੈ ਤਾਂ ਭਾਵ ਕੀ ਹੈ ਵੀ ਮੰਦੇ ਦਿਨ ਆਏ ਹੋਏ ਹਨ। ਤੇਰੀ ਗਰਦਨ ਉੱਪਰ ਲਵੈ ਕਾਓ। ਗਰਦਨ ਕੀ ਧੌਣ, ਲਵੈ ਕਾਓ ਕੀ ਕਾਂ ਲਾਉਂਦਾ ਹੈ ਕਿ ਤੂੰ ਝੂਠਾ ਮਾਣ ਕਰ ਰਹੀ ਹੈ। ਤੂੰ ਕਾਏ ਗਰਭ ਹੈ ਬਾਵਲੀ। ਹੇ ਕਮਲੀ ਕਾਇਆ ਸਰੀਰ, ਤੂੰ ਕਿਉਂ ਮਾਣ ਕਰਦੀ ਹੈ? ਤੂੰ ਕਾਏ ਗਰਭ ਹੈ ਬਾਵਲੀ, ਕਾਹਦਾ ਮਾਣ ਕਰਦੀ? ਜੈਸੇ ਭਾਦੋਂ ਖੂਬ ਰਾਜ, ਤੂੰ ਤਿਸ ਤੇ ਖਰੀ ਉਤਾਵਲੀ। ਭਗਤ ਰਵਿਦਾਸ ਜੀ ਫਰਮਾਨ ਕਰਦੇ ਆ ਕਿ ਤੂੰ ਤਾਂ ਉਸ ਖੁੰਬ ਨਾਲੋਂ ਵੀ ਛੇਤੀ ਨਾਸ ਹੋ ਜਾਣ ਵਾਲੀ ਆ ਜੋ ਭਾਦੋਂ ਦੇ ਮਹੀਨੇ ਵਿੱਚ ਉਗਦੀ ਹੈ। ਤੂੰ ਤਾਂ ਉਹਦੇ ਨਾਲੋਂ ਵੀ ਛੇਤੀ ਨਾਸ ਹੋਣ ਵਾਲੀ ਹੈ, ਫਿਰ ਵੀ ਤੂੰ ਆਕੜ ਕਰ ਰਹੀ ਹੈ ਆਪਣੇ ਧਨ ਦਾ, ਆਪਣੇ ਪਦਾਰਥਾਂ ਦਾ, ਆਪਣੇ ਸਰੀਰ ਦਾ, ਆਪਣੀ ਦੇਹ ਦਾ। ਫਿਰ ਵੀ ਕਾਹਦਾ ਮਾਣ ਹੈ? ਜੈਸੇ ਭਾਦੋਂ ਖੂੰਬਰਾਜ, ਜਿਵੇਂ ਖੂੰਬਰਾਜ ਕੀ ਵੱਡੀ ਖੁੰਬ ਭਾਦੋਂ ਦੇ ਮਹੀਨੇ ਵਿੱਚ ਛੇਤੀ ਨਾਸ ਹੋਣ ਵਾਲੀ ਹੈ, ਤੂੰ ਤਾਂ ਉਹਦੇ ਨਾਲੋਂ ਵੀ ਛੇਤੀ ਨਾਸ ਹੋਣ ਵਾਲੀ ਹੈ। ਜੈਸੇ ਕਰੰਕ ਨਹੀਂ ਪਾਇਓ ਭੇਦ। ਇਹ ਕਾਇਆ ਸਰੀਰ, ਤੈਨੂੰ ਪਤਾ ਹੀ ਨਹੀਂ ਹੈ। ਜਿਵੇਂ ਹਰਨ ਨੂੰ ਇਹ ਭੇਤ ਹੀ ਨਹੀਂ ਮਿਲਦਾ ਕਿ ਕਸਤੂਰੀ ਦੀ ਸੁਗੰਧੀ ਉਹਦੇ ਆਪਣੇ ਸਰੀਰ ਵਿੱਚੋਂ ਹੀ ਆ ਰਹੀ ਹੈ, ਉਹਨੂੰ ਇਸ ਗੱਲ ਦਾ ਭੇਦ ਹੀ ਨਹੀਂ ਹੈ। ਜੈਸੇ ਕਰੰਕ ਨਹੀਂ ਪਾਇਓ ਭੇਦ। ਕੁਰੰਕ ਭਾਵ ਹਰਨ। ਜਿਵੇਂ ਹਰਨ ਨੂੰ ਇਹ ਭੇਤ ਨਹੀਂ ਮਿਲਦਾ ਕਿ ਕਸਤੂਰੀ ਦੀ ਸੁਗੰਧੀ ਉਹਦੇ ਆਪਣੇ ਸਰੀਰ ਵਿੱਚੋਂ ਆਉਂਦੀ ਹੈ। ਤਨ ਸੁਗੰਧਾ ਢੂੰਡੈ ਪਰਦੇਸ, ਪਰ ਉਹ ਪਰਦੇਸ ਵਿੱਚ ਢੂੰਡਦਾ ਫਿਰਦਾ ਹੈ। ਤਿਵੇਂ ਤੈਨੂੰ ਇਹ ਸਮਝ ਨਹੀਂ ਆਈ ਕਿ ਸੁੱਖਾਂ ਦਾ ਮੂਲ ਪ੍ਰਭੂ ਤਾਂ ਤੇਰੇ ਅੰਦਰ ਹੀ ਹੈ। ਆਖੋ ਸਤਨਾਮ। ਤਨ ਸੁਗੰਧ ਢੂੰਡੇ ਪਰਦੇਸ, ਆਪ ਤਨ ਕਾ ਜੋ ਕਰੇ ਵਿਚਾਰ। ਤਿਸ ਨਹੀਂ ਜਮ ਕੰਕਰ ਕਰੇ ਕੁਆਰ।
ਜੋ ਜੀਵ ਆਪਣੇ ਸਰੀਰ ਦੀ ਵਿਚਾਰ ਕਰਦਾ ਹੈ, ਭਾਵ ਆਪਣੇ ਸਰੀਰ ਨਾਲ ਵਿਚਾਰ ਕਰਦਾ ਹੈ, ਤੇ ਇਹ ਸਦਾ ਸਥਿਰ ਰਹਿਣ ਵਾਲਾ ਨਹੀਂ ਹੈ, ਇਹ ਵਿਚਾਰ ਕਰਦਾ ਹੈ। ਅਪਤਨ ਕਾ ਜੋ ਕਰੇ ਵਿਚਾਰ, ਤਨ ਨਹੀਂ ਜਮ ਕੰਕਰ ਕਰੇ ਖੁਆਰ। ਕਹਿੰਦੇ ਉਹਨੂੰ ਜਮਦੂਤ ਖੁਆਰ ਨਹੀਂ ਕਰਦਾ ਹੈ। ਤਿਸ ਨਹੀਂ ਜਮ ਕੰਕਰ ਕਰੇ ਖੁਆਰ। ਪੁੱਤਰ ਕਲੱਤਰ ਕਾ ਕਰੇ ਹੰਕਾਰ। ਪੁੱਤਰ ਕਹਿੰਦੇ ਆ ਪੁੱਤਰ ਨੂੰ, ਕਲੱਤਰ ਭਾਵ ਇਸਤਰੀ ਵਹੁਟੀ। ਪੁੱਤਰ ਕਲੱਤਰ ਕਾ ਕਰੇ ਹੰਕਾਰ। ਹੇ ਕਾਇਆ, ਤੂੰ ਤਾਂ ਪੁੱਤਰ ਤੇ ਆਪਣੀ ਘਰਵਾਲੀ ਦਾ ਮਾਣ ਕਰਦੀ ਹੈ। ਐ ਸਰੀਰ, ਤੂੰ ਆਪਣੇ ਪੁੱਤਰਾਂ, ਪਰਿਵਾਰ, ਘਰਵਾਲੀ ਦਾ ਮਾਣ ਕਰਦੀ ਹੈ। ਠਾਕੁਰ ਲੇਖਾ ਮੰਗਣਹਾਰ। ਤੂੰ ਇਹ ਭੁੱਲ ਬੈਠੀ ਐ, ਪਰ ਚੇਤੇ ਰੱਖ, ਮਾਲਕ ਪ੍ਰਭੂ ਕੀਤੇ ਕਰਮਾਂ ਦਾ ਲੇਖਾ ਜ਼ਰੂਰ ਮੰਗਦਾ ਹੈ। ਆਖੋ ਸਤਿਨਾਮ। ਠਾਕੁਰ ਲੇਖਾ ਮੰਗਣਹਾਰ। ਫੇੜੇ ਕਾ ਦੁੱਖ ਸਹੈ ਜੀਓ। ਭਾਵ ਜੀਵ ਆਪਣੇ ਕੀਤੇ ਮੰਦੇ ਕਰਮਾਂ ਕਰਕੇ ਹੀ ਦੁੱਖ ਸਹਾਰਦਾ ਹੈ, ਨਹੀਂ ਉਹਨੂੰ ਦੁੱਖ ਮਿਲਦੇ ਨਹੀਂ ਹਨ। ਆਪਣੇ ਮੰਦੇ ਕਰਮਾਂ ਕਰਕੇ ਹੀ ਮਨੁੱਖ ਜਿਹੜਾ ਹੈ ਉਹ ਦੁੱਖ ਸਹਾਰਦਾ ਹੈ। ਫੇੜੇ ਕਾ ਦੁੱਖ ਸਹੈ ਜੀਓ। ਫੇੜੇ ਭਾਵ ਕੀਤੇ ਕਰਮਾਂ ਦਾ ਜੀਵ ਆਪਣੇ ਕੀਤੇ ਮੰਦੇ ਕਰਮਾਂ ਕਰਕੇ ਦੁੱਖ ਸਹਾਰਦਾ। ਪਾਛੈ ਕਿਸੇ ਪੁਕਾਰੈ ਪੀਓ ਪੀਓ। ਹੇ ਕਾਇਆ, ਜਿੰਦ ਦੇ ਨਿਕਲ ਜਾਣ ਪਿੱਛੋਂ ਤੂੰ ਕਿਸ ਨੂੰ ਪਿਆਰਾ ਪਿਆਰਾ ਆ ਕੇ ਆਵਾਜ਼ਾਂ ਮਾਰੇਂਗੀ। ਐ ਜਿੰਦ, ਹੇ ਕਾਇਆ, ਇਹ ਜਿੰਦ ਦੇ ਨਿਕਲ ਜਾਣ ਪਿੱਛੋਂ ਤੂੰ ਕਿਸ ਨੂੰ ਪਿਆਰਾ ਪਿਆਰਾ ਆ ਕੇ ਆਵਾਜ਼ਾਂ ਮਾਰੇਂਗੀ। ਸਾਧੋ ਕੀ ਜਉ ਲਿਹੋ ਓਟ। ਸਾਧੂ ਕੀ ਜਉ ਲਿਹੇ ਓਟ। ਜੇ ਤੂੰ ਗੁਰੂ ਦਾ ਆਸਰਾ ਲੈ ਲਵੇਂ, ਤੇਰੇ ਮਿਟੇ ਪਾਪ ਸਭ ਕੋਟ ਕੋਟ। ਕਹਿੰਦੇ ਫਿਰ ਤੇਰੇ ਕਰੋੜਾਂ ਹੀ ਕੀਤੇ ਹੋਏ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਣਗੇ। ਆਖੋ ਸਤਿਨਾਮ। ਸਾਧੂ ਕੀ ਜਉ ਲੇਹੇ ਓਟ। ਤੇਰੇ ਮਿਟੇ ਪਾਪ ਸਭ ਕੋਟ ਕੋਟ। ਤੇਰੇ ਕਰੋੜਾਂ ਪਾਪ ਨਾਸ ਹੋ ਜਾਣਗੇ। ਕਹਿ ਰਵਿਦਾਸ ਜੋ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੋਨ ਕਾਮ। ਕਹਿੰਦੇ ਤੂੰ ਨੀਵੀਂ, ਉਹਦੀ ਨੀਵੀਂ ਜਾਤ ਮੁੱਕ ਜਾਂਦੀ ਹੈ ਤੇ ਉਹਦਾ ਜਨਮ ਮਿਟ ਜਾਂਦਾ ਹੈ। ਜੂਨਾਂ ਨਾਲ ਉਹਦਾ ਵਾਸਤਾ ਨਹੀਂ ਰਹਿੰਦਾ। ਕਿਹਦਾ? ਜਿਹੜੇ ਨਾਮ ਜਪਦੇ ਹਨ। ਕਹਿ ਰਵਿਦਾਸ ਜੋ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੋਨ ਕਾਮ। ਕਿਉਂਕਿ ਦੇਹੀ ਜਾਤ ਨਾ ਆਗੈ ਜਾਏ। ਨਾ ਦੇਹ ਨੇ ਅੱਗੇ ਜਾਣਾ ਤੇ ਨਾ ਜਾਤ ਨੇ ਅੱਗੇ ਜਾਣਾ ਹੈ। ਦੇਹੀ ਜਾਤ ਨਾ ਆਗੈ ਜਾਏ। ਜਿੱਥੈ ਲੇਖਾ ਮੰਗੀਐ ਤਿੱਥੈ ਛੁਟੈ ਸੱਚ ਕਮਾਏ। ਉੱਥੇ ਤਾਂ ਸਤਿਗੁਰੂ ਜੀ ਕਹਿੰਦੇ ਵੀ ਸੱਚ ਦੇ ਨਿਬੇੜੇ ਹੋਣੇ ਹਨ। ਦੇਹੀ ਜਾਤ ਨਾ ਆਗੈ ਜਾਏ। ਜਿੱਥੈ ਲੇਖਾ ਮੰਗੀਐ ਤਿੱਥੈ ਛੁਟੈ ਸੱਚ ਕਮਾਏ। ਇਹ ਸ਼ਬਦ ਸੀ ਜਿਹੜਾ ਇਹ ਭਗਤ ਰਵਿਦਾਸ ਜੀ ਦਾ ਹੈ। ਅਗਲਾ ਸ਼ਬਦ ਹੈ ਬਸੰਤ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ। ਇਹ ਬਾਣੀ ਭਗਤ ਕਬੀਰ ਜੀ ਦੀ ਹੈ। ਬਸੰਤ ਕਬੀਰ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਬੀਰ ਭਗਤ ਜੀ ਕੀ ਫਰਮਾਨ ਕਰਦੇ ਹਨ? ਸੁਰਹੈ ਕੀ ਜੈਸੀ ਤੇਰੀ ਚਾਲ, ਤੇਰੀ ਪੂੰਛਟ ਉੱਪਰ ਝਮਕਵਾਲ। ਕਹਿੰਦੇ ਐ ਕੂਕਰ, ਐ ਕੁੱਤੇ, ਗਾਂ ਵਰਗੀ ਤੇਰੀ ਤੋਰ ਹੈ। ਤੇਰੀ ਪੂਛ ਉੱਪਰ ਝਮਕਵਾਲ। ਤੇਰੀ ਪੂਛਲ ਉੱਤੇ ਵਾਲ ਵੀ ਸੋਹਣੇ ਚਮਕਦੇ ਹਨ। ਭਾਵ ਕੁੱਤਾ ਸੁਭਾਉ ਜੀਵ। ਸ਼ਰਫਾਂ ਵਰਗੀ ਤੇਰੀ ਸ਼ਕਲ ਤੇ ਪਹਿਰਾਵਾ ਹੈ। ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ। ਤੇ ਜੋ ਕੁਝ ਆਪਣੀ ਹੱਕ ਦੀ ਕਮਾਈ ਹੈ ਤੂੰ ਉਸੇ ਨੂੰ ਨਸੰਗ ਹੋ ਕੇ ਵਰਤ। ਤੇ ਤੇਰਾ ਸੁਭਾਅ ਹੈ ਜਿਹੜਾ ਉਹ ਬਹੁਤ ਘਟੀਆ ਹੋ ਚੁੱਕਾ ਹੈ।
ਜੋ ਕੁਛ ਆਪਣੀ ਹੱਕ ਦੀ ਕਮਾਈ ਹੈ, ਭਗਤ ਕਬੀਰ ਜੀ ਕਹਿੰਦੇ ਉਸੇ ਨੂੰ ਭਾਈ ਨਿਸੰਗ ਹੋ ਕੇ ਵਰਤ। ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ। ਭਗਤ ਕਬੀਰ ਜੀ ਕਹਿੰਦੇ ਆ ਕਿਸੇ ਬਗਾਨੇ ਮਾਲ ਦੀ ਲਾਲਸਾ ਨਾ ਕਰਿਆ ਕਰ, ਜੀਤੇ ਤੇਰਾ ਹੱਕ ਹੀ ਨਹੀਂ ਹੈ। ਜਿਹੜਾ ਤੂੰ ਕਮਾਇਆ ਨਹੀਂ ਹੈ, ਆਪਣੀ ਮਿਹਨਤ ਨਾਲ ਨਹੀਂ ਕਮਾਇਆ ਹੈ, ਤੇ ਕਿਸੇ ਬਗਾਨੇ ਮਾਲ ਦੀ ਲਾਲਸਾ ਨਾ ਕਰ। ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਕਹਿੰਦੇ ਐਵੇਂ ਪਰਾਇਆ ਧਨ ਦੇਖ ਦੇਖ ਕੇ, ਭਾਵ ਪਰਾਈ ਚੋਪੜੀ ਵੇਖ ਕੇ ਆਪਣੇ ਜੀ ਨੂੰ ਨਾ ਤਰਸਾਇਆ ਕਰ। ਜੋ ਤੇਰੇ ਕਰਮਾਂ 'ਚ ਲਿਖਿਆ ਪ੍ਰਮਾਤਮਾ ਜੀ ਨੇ, ਉਹ ਤੈਨੂੰ ਮਿਲ ਹੀ ਜਾਣਾ ਹੈ। ਜੋ ਵਾਹਿਗੁਰੂ ਜੀ ਨੇ ਤੈਨੂੰ ਦੇਣਾ ਹੈ ਉਹ ਮਿਲ ਹੀ ਜਾਣਾ ਹੈ। ਚਾਕੀ ਚਾਟੈ ਚੂਨ ਖਾਹੇ। ਕਹਿੰਦੇ ਤੂੰ ਚੱਕੀ ਚੱਟਦਾ ਹੈ ਤੇ ਆਟਾ ਖਾਂਦਾ ਹੈ। ਚਾਕੀ ਕਾ ਚੀਥਰਾ ਕਹਾਂ ਲੈ ਜਾਹੇ। ਪਰ ਜਾਂਦਾ ਹੋਇਆ ਤੂੰ ਪਰੋਲਾ ਕਿੱਥੇ ਲੈ ਕੇ ਜਾਏਗਾ ਹੇ ਜੀਵ। ਜਿਹੜੀ ਮਾਇਆ ਤੂੰ ਰੋਜ਼ ਵਰਤਦਾ ਹੈ ਇਹ ਤਾਂ ਭਲਾ ਵਰਤੀ, ਪਰ ਜੋੜ ਜੋੜ ਕੇ ਆਖਰ ਤੂੰ ਇਹ ਕਿੱਥੇ ਲੈ ਕੇ ਜਾਵੇਂਗਾ। ਚਾਂਕੀ ਕਾ ਚੀਥਰਾ ਕਹਾਂ ਲੈ ਜਾਏ, ਭਾਵ ਜਿਹੜਾ ਤੂੰ ਪਾਪ ਕਰਕੇ ਜੋੜ ਰਿਹਾ ਹੈ ਇਹ ਤੂੰ ਕਿੱਥੇ ਲੈ ਕੇ ਜਾਏਗਾ। ਮਤ ਲੱਕਰੀ ਸੋਟਾ ਤੇਰੀ ਪਰੈ ਪੀਠ। ਕਹਿੰਦੇ ਵੇਖੀ ਕਿਤੇ ਤੇਰੇ ਲੱਕ ਉੱਤੇ ਕਿਤੋਂ ਸੋਟਾ ਨਾ ਪਵੇ। ਜੇ ਜੀਵ ਬਗਾਨੇ ਘਰਾਂ ਵੱਲ ਤੱਕਦਾ, ਇਸ ਵਿੱਚੋਂ ਉਪਾਧੀ ਹੀ ਨਿਕਲੇਗੀ, ਭਾਵ ਬੇਕਾਰ, ਭਾਵ ਦੁੱਖ ਹੀ ਪੈਦਾ ਹੋਣਗੇ। ਕਹੈ ਕਬੀਰ ਭੋਗ ਭਲੇ ਕੀਨ। ਕਬੀਰ ਜੀ ਆਖਦੇ ਆ ਕਿ ਹੇ ਸਵਾਨ, ਤੂੰ ਬਥੇਰਾ ਕੁਝ ਖਾਧਾ ਹੈ, ਤੂੰ ਬਥੇਰਾ ਕੁਝ ਉਚਾੜਿਆ ਹੈ। ਮਤ ਕੋ ਮਾਰੈ ਈਟ ਢੇਮ। ਪਰ ਧਿਆਨ ਰੱਖੀ ਕਿਤੇ ਕੋਈ ਇੱਟ ਢੇਮ ਤੇਰੇ ਸਿਰ ਉੱਤੇ ਨਾ ਮਾਰ ਪਵੇ। ਇਹ ਜੀਵ ਤੂੰ ਜੋ ਇਹ ਭੋਗਣ ਵਿੱਚ ਹੀ ਰੁੱਝਿਆ ਪਿਆ ਹੈ, ਇਹਨਾਂ ਦਾ ਅੰਤ ਵਿੱਚ ਖੁਆਰ ਹੀ ਹੁੰਦਾ ਹੈ। ਇਹਨਾਂ ਨਾਲ ਅੰਤ ਵਿੱਚ ਖੁਆਰੀ ਹੀ ਹੁੰਦੀ ਹੈ। ਇਸ ਤਰ੍ਹਾਂ ਭਗਤ ਕਬੀਰ ਜੀ ਫਰਮਾਨ ਕਰਦੇ ਸਨ। ਰਾਗ ਸਾਰੰਗ ਚੌਪਦੇ ਮਹੱਲਾ ਪਹਿਲਾ ਘਰ ਪਹਿਲਾ। ਅਗਲਾ ਜਿਹੜਾ ਸ਼ਬਦ ਹੈ ਇਹ ਰਾਗ ਸਾਰੰਗ ਦੇ ਵਿੱਚ ਹੈ। ਗੁਰੂ ਨਾਨਕ ਦੇਵ ਜੀ ਦੀ 4 ਬੰਦਾਂ ਵਾਲੀ ਬਾਣੀ ਹੈ। ਰਾਗ ਸਾਰੰਗ ਚੌਪਦੇ ਮਹੱਲਾ ਪਹਿਲਾ ਘਰ ਪਹਿਲਾ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਪਣੇ ਠਾਕਰ ਕੀ ਹਉ ਚੇਰੀ। ਜਦੋਂ ਦੀ ਮੈਂ ਆਪਣੇ ਮਾਲਕ ਪ੍ਰਭੂ ਦੀ ਦਾਸੀ ਬਣ ਗਈ ਹਾਂ, ਚੇਰੀ ਭਾਵ ਦਾਸੀ। ਚਰਨ ਗਹੇ ਜਗ ਜੀਵਨ ਪ੍ਰਭ ਕੇ, ਹਉਮੈ ਮਾਰ ਨਵੇਰੀ ਰਹਾਉ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਆ ਕਿ ਜਦੋਂ ਦੇ ਮੈਂ ਜਗਤ ਦੇ ਜੀਵਨ ਪ੍ਰਭੂ ਦੇ ਚਰਨ ਫੜ ਲਏ ਹਨ ਤੇ ਉਹਨਾਂ ਨੇ ਮੇਰੀ ਹਉਮੈ ਮਾਰ ਕੇ ਮੁਕਾ ਦਿੱਤੀ ਹੈ, ਮੇਰੀ ਹਉਮੈ ਖਤਮ ਕਰ ਦਿੱਤੀ ਹੈ। ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਣ ਹਮਾਰੇ। ਪਰਮੇਸ਼ਰ ਸਭ ਵਿੱਚ ਵਿਆਪਕ ਹੈ ਤੇ ਸਭ ਤੋਂ ਉੱਚਾ ਆਤਮਿਕ ਜੀਵਨ ਦਾ ਚਾਨਣ ਦੇਣ ਵਾਲਾ ਹੈ, ਤੇ ਮੇਰਾ ਪਿਆਰਾ ਹੈ ਤੇ ਮੇਰੀ ਜਿੰਦ ਦਾ ਸਹਾਰਾ ਹੈ। ਮੋਹਨ ਮੋਹਿ ਲਿਆ ਮਨ ਮੇਰਾ, ਸਮਝਸ ਸ਼ਬਦ ਵਿਚਾਰੇ। ਪਾਤਸ਼ਾਹ ਕਹਿੰਦੇ ਜਦੋਂ ਦਾ ਮੋਹਨ ਪ੍ਰਭੂ ਨੇ ਮੇਰਾ ਮਨ ਆਪਣੇ ਪ੍ਰੇਮ ਦੇ ਵਿੱਚ ਮੋਹ ਲਿਆ ਹੈ, ਤਦੋਂ ਤੋਂ ਮੇਰਾ ਮਨ ਗੁਰੂ ਦਾ ਸ਼ਬਦ ਵਿਚਾਰ ਵਿਚਾਰ ਕੇ ਇਹ ਸਮਝ ਰਿਹਾ ਹੈ। ਮਨ ਮੋਹਨ ਮੋਹੇ ਲਿਆ ਮਨ ਮੇਰਾ, ਸਮਝ ਚ ਸ਼ਬਦ
ਵਿਚਾਰੇ। ਤਦੋਂ ਤੋਂ ਮੇਰਾ ਮਨ ਗੁਰੂ ਦਾ ਸ਼ਬਦ ਵਿਚਾਰ ਵਿਚਾਰ ਕੇ ਇਹ ਸਮਝ ਰਿਹਾ ਹੈ, ਮਨ ਮੁਖ ਹੀਨ ਹੋਛੀ ਮਤ ਝੂਠੀ, ਮਨ ਤਨ ਪ੍ਰੀਰ ਸਰੀਰੇ। ਮਨ ਮੁਖ ਹੀਨ ਹੋਛੀ ਮਤ ਝੂਠੀ, ਮਨ ਤਨ ਪੀਰ ਸਰੀਰੇ। ਪਾਤਸ਼ਾਹ ਕਹਿੰਦੇ ਜਿਤਨਾ ਚਿਰ ਮੈਂ ਆਪਣੇ ਮਨ ਦੇ ਪਿੱਛੇ ਤੁਰਦਾ ਰਿਹਾ, ਮੈਂ ਕਮਜ਼ੋਰ ਰਿਹਾ ਤੇ ਬਕਾਰ ਸੀ ਜਿਹੜੇ ਮੇਰੇ ਉੱਤੇ ਜ਼ੋਰ ਪਾਉਂਦੇ ਰਹੇ, ਕਿਉਂਕਿ ਮੇਰੀ ਅਕਲ ਥੋੜੀ ਬੀਤੀ ਰਹੀ ਤੇ ਝੂਠ ਵਿੱਚ ਹੀ ਲੱਗੀ ਰਹੀ। ਇਸ ਕਾਰਨ ਮੇਰੇ ਮਨ ਵਿੱਚ, ਮੇਰੇ ਸਰੀਰ ਵਿੱਚ ਬਹੁਤ ਦੁੱਖ ਕਲੇਸ਼ ਉੱਠਦੇ ਰਹੇ। ਜਬ ਕੀ ਰਾਮ ਰੰਗੀਲੇ ਰਾਤੀ, ਰਾਮ ਜਪਤ ਮਨ ਧੀਰੇ। ਪਰ ਪਾਤਸ਼ਾਹ ਕਹਿੰਦੇ ਜਦੋਂ ਤੋਂ ਮੈਂ ਰੰਗੀਲੇ ਰਾਮ ਦੇ ਪ੍ਰਮਾਤਮਾ ਦੇ ਪਿਆਰ ਵਿੱਚ ਰੰਗੀ ਗਈ, ਤਾਂ ਮੇਰਾ ਮਨ ਉਸ ਰਾਮ ਨੂੰ ਸਿਮਰ ਸਿਮਰਨ ਕੇ ਧੀਰਜ ਵਾਲਾ ਹੋ ਗਿਆ, ਟਿਕਾਓ ਵਾਲਾ ਹੁੰਦਾ ਜਾ ਰਿਹਾ ਹੈ, ਧੀਰਜ ਵਾਲਾ ਹੁੰਦਾ ਜਾ ਰਿਹਾ ਹੈ। ਜਬ ਕੀ ਰਾਮ ਰੰਗੀਲੇ ਰਾਤੀ, ਜਦੋਂ ਤੋਂ ਮੈਂ ਰਾਮ ਦੇ ਪ੍ਰੇਮ ਵਿੱਚ ਰੰਗੀ ਗਈ, ਮੇਰਾ ਮਨ ਉਸ ਰਾਮ ਨੂੰ ਸਿਮਰ ਸਿਮਰ ਕੇ ਧੀਰਜ ਵਾਲਾ ਹੁੰਦਾ ਜਾ ਰਿਹਾ। ਹਉਮੈ ਛੋੜ ਭਈ ਬੈਰਾਗਣ, ਤਬ ਸਾਚੀ ਸੁਰਤ ਸਮਾਨੀ। ਪਾਤਸ਼ਾਹ ਕਹਿੰਦੇ ਜਦੋਂ ਤੋਂ ਠਾਕਰ ਪ੍ਰਭੂ ਦੀ ਦਾਸੀ ਬਣ ਕੇ ਮੈਂ ਹਉਮੈ ਤਿਆਗ ਕੇ ਇਸ ਮਾਇਆ ਦੇ ਮੋਹ ਵੱਲੋਂ ਪ੍ਰਾਮ ਹੋ ਚੁੱਕੀ ਹਾਂ, ਤਦੋਂ ਤੋਂ ਮੇਰੀ ਸੁਰਤ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਯਾਦ ਵਿੱਚ ਲੀਨ ਹੋ ਗਈ ਹੈ। ਅਕੁਲ ਨਿਰੰਜਨ ਸਿਉ ਮਨ ਮਾਨਿਆ, ਬਿਸਰੀ ਲਾਜ ਲੁਕਾਨੀ। ਮੇਰਾ ਮਨ ਉਸ ਪ੍ਰਭੂ ਦੀ ਯਾਦ ਵਿੱਚ ਜਦੋਂ ਗਿੱਜ ਗਿਆ, ਪਤੀਜ ਗਿਆ, ਤੇ ਮੈਂ ਮਾਇਆ ਦੇ ਪ੍ਰਭਾਵ ਤੋਂ ਰਹਿਤ ਹਾਂ ਅਤੇ ਜਿਹਦੀ ਕੋਈ ਖਾਸ ਕੁਲ ਨਹੀਂ ਹੈ, ਮੈਨੂੰ ਹਉਮੈ ਨਹੀਂ ਰਹੀ। ਇਸ ਵਾਸਤੇ ਮੈਂ ਲੋਕ ਲਾਜ ਵੀ ਭੁਲਾ ਬੈਠੀ ਹਾਂ। ਹੁਣ ਲੋਕ ਲਾਜ ਮੇਰੇ ਅੰਦਰੋਂ ਖਤਮ ਹੋ ਚੁੱਕੀ ਹੈ। ਪੂਰ ਭਵਿਖ ਨਾਹੀ ਤੁਮ ਜੈਸੇ, ਮੇਰੇ ਪ੍ਰੀਤਮ ਪ੍ਰਾਣ ਆਧਾਰਾ। ਹੇ ਮੇਰੇ ਪ੍ਰੀਤਮ, ਮੇਰੇ ਪ੍ਰਾਣਾਂ ਦੇ ਆਸਰੇ ਪ੍ਰਭੂ, ਹੁਣ ਮੈਨੂੰ ਤੇਰੇ ਵਰਗਾ ਕੋਈ ਵੀ ਨਹੀਂ ਦਿਸਦਾ, ਕਿਉਂਕਿ ਮੇਰੇ ਤੇ ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ। ਨਾ ਪਿਛਲੇ ਬੀਤੇ ਸਮਿਆਂ ਵਿੱਚ, ਨਾ ਹੁਣ ਅਤੇ ਨਾ ਹੀ ਆਉਣ ਵਾਲੇ ਸਮਿਆਂ ਵਿੱਚ। ਹਰਿ ਕੈ ਨਾਮ ਰਤੀ ਸੁਹਾਗਣ, ਨਾਨਕ ਨਾਮ ਪਤਾਰਾ। ਜਿਸ ਜੀਵ ਇਸਤਰੀ ਨੇ ਪਰਮਾਤਮਾ ਨੂੰ ਆਪਣਾ ਮਾਲਕ ਮੰਨ ਲਿਆ ਹੈ ਤੇ ਜਿਹੜੀ ਪ੍ਰਭੂ ਦੇ ਨਾਮ ਵਿੱਚ ਰੰਗੀ ਰਹਿੰਦੀ ਹੈ, ਮਹਾਰਾਜ ਕਹਿੰਦੇ ਆ ਉਹ ਚੰਗੇ ਭਾਗਾਂ ਵਾਲੀ ਬਣ ਜਾਂਦੀ ਹੈ। ਸਾਰੰਗ ਮਹੱਲਾ ਪਹਿਲਾ। ਹਰ ਬਿਨ ਕਿਉ ਰਹੀ ਹੈ ਦੁੱਖ ਵਿਆਪੈ, ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾਂ ਮਨੁੱਖ ਸੁਖੀ ਜੀਵਨ ਜਿਉ ਹੀ ਨਹੀਂ ਸਕਦਾ ਤੇ ਦੁੱਖ ਸਦਾ ਇਹਦੇ ਮਨ ਉੱਤੇ ਦਬਾਅ ਪਾਈ ਰੱਖਦੇ ਹਨ। ਜੇਵਾ ਸਵਾਦ ਨਾ ਫੀਕੀ ਰਸ ਬਿਨ, ਬਿਨ ਪ੍ਰਭ ਕਾਲ ਸੰਤਾਪੈ ਰਹਾਉ। ਪਾਤਸ਼ਾਹ ਕਹਿੰਦੇ ਸਿਮਰਨ ਤੋਂ ਬਿਨਾਂ ਮਨੁੱਖ ਦੀ ਜੀਭ ਵਿੱਚ ਬੋਲਣ ਦੀ ਮਿਠਾਸ ਵੀ ਪੈਦਾ ਨਹੀਂ ਹੁੰਦੀ। ਮਨੁੱਖ ਦੀ ਜੀਭ ਵਿੱਚ ਮਿਠਾਸ ਪੈਦਾ ਕਾਹਦੇ ਨਾਲ ਹੁੰਦੀ ਹੈ ਜੀ? ਸਿਮਰਨ ਨਾਲ ਹੁੰਦੀ ਹੈ। ਮਹਾਰਾਜ ਕਹਿੰਦੇ ਜੇਵਾ ਸਵਾਦ ਨਾ ਫੀਕੀ ਰਸ ਬਿਨ, ਬਿਨ ਪ੍ਰਭ ਕਾਲ ਸੰਤਾਪੈ। ਕਹਿੰਦੇ ਮਿਠਾਸ ਤੋਂ ਬਿਨਾਂ ਹੋਣ ਕਰਕੇ ਸਦਾ ਖਰਵੇ ਬੋਲ ਬੋਲਦੀ ਰਹਿੰਦੀ ਹੈ ਤੇ ਪ੍ਰਭੂ ਦੇ ਸਿਮਰਨ ਤੋਂ ਬਿਨਾਂ ਮੌਤ ਦਾ ਡਰ ਵੀ ਦੁਖੀ ਕਰਦਾ ਰਹਿੰਦਾ ਹੈ। ਜਬ ਲਗ ਦਰਸ਼ਨ ਪਰਸੈ ਪ੍ਰੀਤਮ, ਤਬ ਲਗ ਭੂਖ ਪਿਆਸੀ। ਜਦੋਂ ਤੱਕ ਮਨੁੱਖ ਪ੍ਰੀਤਮ ਪ੍ਰਭੂ ਦਾ ਦੀਦਾਰ ਨਹੀਂ ਕਰਦਾ, ਤਦ ਤੱਕ ਮਾਇਆ ਦੀ ਭੁੱਖ ਤ੍ਰੇਹ ਹੈ ਜਿਹੜੀ ਉਹ ਦੂਰ ਨਹੀਂ ਹੁੰਦੀ। ਦਰਸ਼ਨ ਦੇਖਤ ਹੀ ਮਨ ਮਾਨਿਆ, ਜਲ ਰਸ ਕਮਲ ਵਿਗਾਸੀ। ਤੇ ਦੀਦਾਰ ਕਰਦਿਆਂ ਹੀ ਮਨ ਪ੍ਰਭੂ ਦੀ ਯਾਦ ਵਿੱਚ ਪਤੀਜ ਗਿਆ ਤੇ ਇਉਂ ਖਿੜਦਾ ਹੈ ਜਿਵੇਂ ਕੌਲ ਫੁੱਲ ਜਲ ਦੇ ਆਨੰਦ ਵਿੱਚ ਖਿੜਦਾ ਹੈ। ਊਨ ਵਕਨ ਹਰ ਗਰਜੈ ਵਰਸੈ, ਕੋਕਲ ਮੋਰ ਬੈਰਾਗੈ। ਜਦੋਂ ਬੱਦਲ ਚੁੱਕ ਚੁੱਕ ਕੇ ਗਾਇਦਾ ਤੇ ਵਰਦਾ ਹੈ, ਤਦੋਂ ਕੋਇਲ ਮੋਰ ਤਰਵਰ ਬਿਰਖ ਬਿਹੰਗ ਭਯੰਗਮ
ਘਰ ਫਿਰ ਧਨ ਸੁਹਾਗੈ। ਕਹਿੰਦੇ ਰੁੱਖ ਬਲਦ ਪੰਛੀ ਸੱਪ ਆਦਿਕ ਹੁਲਾਰੇ ਵਿੱਚ ਆਉਂਦੇ ਹਨ। ਤੇ ਇਸੇ ਤਰ੍ਹਾਂ ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਪਤੀ ਪ੍ਰਭੂ ਆ ਵਸਦਾ ਹੈ, ਉਹ ਜੀਵ ਇਸਤਰੀ ਫਿਰ ਆਪਣੇ ਆਪ ਨੂੰ ਭਾਗਾਂ ਵਾਲੀ ਜਾਣਦੀ ਹੈ। ਕੋਚਲ ਕੁਰੂਪ ਕੁਨਾਰ ਕੁਲੱਖਣੀ, ਪਿਰਕਾ ਸਹਿਜ ਨਾ ਜਾਣਿਆ। ਪਾਤਸ਼ਾਹ ਕਹਿੰਦੇ ਪਰ ਜੇ ਜੀਵ ਇਸਤਰੀ ਨੇ ਪਤੀ ਪ੍ਰਭੂ ਦੇ ਮਿਲਾਪ ਦਾ ਆਨੰਦ ਨਹੀਂ ਮਾਣਿਆ, ਉਹ ਕਹਿੰਦੇ ਬਹੁਤ ਮਾੜੀ ਰਹਿਤ ਬਹੁਤ ਵਾਲੀ, ਕੋਝੇ ਰੂਪ ਵਾਲੀ, ਭੈੜੀ ਤੇ ਭੈੜੇ ਲੱਛਣਾਂ ਵਾਲੀ ਹੀ ਰਹਿ ਜਾਂਦੀ ਹੈ। ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ, ਦੁਰਮਤ ਦੁਖ ਸਮਾਨਿਆ। ਤੇ ਜਿਸ ਦੀ ਰਸਨਾ ਪ੍ਰਭੂ ਦੇ ਆਨੰਦ ਦੇ ਰੰਗ ਵਿੱਚ ਰਚ ਕੇ ਚਸਕਿਆਂ ਵੱਲੋਂ ਨਹੀਂ ਪਰਤੀ, ਉਹ ਜੀਵ ਇਸਤਰੀ ਭੈੜੀ ਮੱਤੇ ਲੱਗਣ ਕਰਕੇ ਦੁੱਖਾਂ ਵਿੱਚ ਹੀ ਗ੍ਰਸੀ ਰਹਿੰਦੀ ਹੈ। ਆਏ ਨਾ ਜਾਵੈ ਨਾ ਦੁਖ ਪਾਵੈ, ਨਾ ਦੁਖ ਸਰਦ ਸ਼ਰੀਰੇ। ਉਹ ਜੀਵ ਇਸਤਰੀ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੀ, ਉਹਦੇ ਨਾ ਮਨ ਨੂੰ ਤੇ ਨਾ ਤਨ ਨੂੰ ਕੋਈ ਦੁੱਖ ਕਲੇਸ਼ ਵਿਆਪਦਾ ਨਹੀਂ ਹੈ। ਨਾਨਕ ਪ੍ਰਭ ਤੇ ਸਹਿਜ ਸੁਹੇਲੀ, ਪ੍ਰਭ ਦੇਖਤ ਹੀ ਮਨ ਧੀਰੇ। ਪ੍ਰਭੂ ਦੇ ਮਿਲਾਪ ਤੋਂ ਅਡੋਲਤਾ ਦਾ ਆਨੰਦ ਮਾਣਨ ਵਾਲੀ ਜਿਸ ਜੀਵ ਇਸਤਰੀ ਦਾ ਮਨ ਪ੍ਰਭੂ ਦਾ ਦੀਦਾਰ ਕਰਕੇ ਧੀਰਜਵਾਨ ਹੋ ਜਾਂਦਾ ਹੈ, ਸਹਿਜਤਾ ਵਾਲਾ ਹੋ ਜਾਂਦਾ ਹੈ। ਇਸ ਤਰ੍ਹਾਂ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।